ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਵੀਡੀਓ ਵਿੱਚ ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ ਨਾਮ ਦੇ ਚੈਪਟਰ ਨੂੰ ਡਿਸਕਸ ਕਰਨ ਜਾ ਰਹੇ ਹਾਂ। ਇਹ ਵੀਡੀਓ ਤੁਹਾਡੇ ਪੀਐਸ ਟੈਟ ਸੀਟੈਟ ਐਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ। 8ਵੀਂ ਜਮਾਤ ਦੇ ਵਿਦਿਆਰਥੀ ਵੀ ਇਸ ਵੀਡੀਓ ਨੂੰ ਦੇਖ ਸਕਦੇ ਨੇ ਐਂਡ ਕਨਸੈਪਟ ਨੂੰ ਸਮਝ ਸਕਦੇ ਨੇ। ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਆਪਣੇ ਚੈਪਟਰ ਦਾ ਨੇਮ ਹੈਗਾ ਜੀ ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ। ਗੱਲ ਕਰਦੇ ਹਾਂ ਮੁੱਢਲੇ ਅਧਿਕਾਰਾਂ ਦੀ ਕਿ ਅਧਿਕਾਰ ਹੁੰਦੇ ਕਿਹੜੇ ਆ। ਮੁੱਢਲੇ ਅਧਿਕਾਰਾਂ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਜਦੋਂ ਵਿਅਕਤੀ ਦੀ ਸਰੀਰਕ ਅਤੇ ਮਾਨਸਿਕ, ਨੈਤਿਕ, ਸੱਭਿਆਚਾਰਕ ਭਾਵ ਉਸ ਦੇ ਬਹੁਪੱਖੀ ਵਿਕਾਸ ਲਈ ਜ਼ਰੂਰੀ ਹੈਗੇ ਆ। ਜਦੋਂ ਆਪਾਂ ਗੱਲ ਕਰਦੇ ਹਾਂ ਇਹਨਾਂ ਸਾਰੀਆਂ ਚੀਜ਼ਾਂ ਦੀ ਕਿ ਆਲ ਰਾਊਂਡ ਡਿਵੈਲਪਮੈਂਟ ਦੇ ਲਈ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ। ਤੇ ਮੌਲਿਕ ਅਧਿਕਾਰ ਕਿਹੜੇ ਹੁੰਦੇ ਨੇ ਜੀ, ਜਿਨ੍ਹਾਂ ਨੂੰ ਦੇਸ਼ ਦੇ ਸਰਵ ਉੱਚ ਕਾਨੂੰਨ ਭਾਵ ਸੰਵਿਧਾਨ ਵਿੱਚ ਵੀ ਮੈਂਸ਼ਨ ਕੀਤਾ ਹੋਇਆ, ਅੰਕਿਤ ਕੀਤਾ ਹੋਇਆ। ਉਹਨਾਂ ਦੀ ਸੁਰੱਖਿਆ ਕਰਨ ਦੇ ਲਈ ਸੰਵਿਧਾਨਿਕ ਉਪਚਾਰਾਂ ਦਾ ਵੀ ਪ੍ਰਬੰਧ ਕੀਤਾ ਹੋਇਆ। ਤੇ ਭਾਰਤੀ ਸੰਵਿਧਾਨ ਵਿੱਚ ਜਿਹੜਾ ਅਧਿਕਾਰ ਹੈਗਾ ਜੀ, ਬੋਰੋ ਕੀਤਾ ਹੋਇਆ, ਉਧਾਰ ਲਿਆ ਹੋਇਆ, ਜਾਂ ਫਿਰ ਆਪਾਂ ਇਹ ਸਾਰੀਆਂ ਚੀਜ਼ਾਂ ਕਿਹਦੇ ਕਨਸਟੀਟਿਊਸ਼ਨ ਤੋਂ ਲਈਆਂ ਹੋਈਆਂ ਨੇ ਜੀ, ਅਮਰੀਕਾ ਦੇ ਸੰਵਿਧਾਨ ਦੇ ਆਧਾਰ ਤੇ ਦਰਜ ਕੀਤੇ ਹੋਏ ਆ। ਭਾਰਤੀ ਸੰਵਿਧਾਨ ਦੇ ਵਿੱਚ ਇਹ ਜਿਹੜਾ ਅਧਿਕਾਰ ਹੈਗਾ ਜੀ, ਆਰਟੀਕਲ 14 ਤੋਂ ਲੈ ਕੇ 32 ਤੱਕ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਡ ਕਰਦੇ ਹਾਂ ਜਾਂ ਫਿਰ ਆਲਰੇਡੀ ਐਡਡ ਹੈਗੇ ਆ। ਤੇ ਇਹਨਾਂ ਅਧਿਕਾਰਾਂ ਨੂੰ ਹੇਠ ਦਿੱਤੇ 6 ਭਾਗਾਂ ਵਿੱਚ ਵੰਡਿਆ ਹੋਇਆ। ਸਭ ਤੋਂ ਜਿਹੜਾ ਪਹਿਲਾ ਭਾਗ ਹੈਗਾ ਜੀ, ਸਮਾਨਤਾ ਦਾ ਅਧਿਕਾਰ, ਰਾਈਟ ਟੂ ਇਕੁਐਲਿਟੀ ਦੀ ਗੱਲ ਕਰਦੇ ਹਾਂ। ਫਿਰ ਰਾਈਟ ਟੂ ਐਜੂਕੇਸ਼ਨ ਦੀ ਗੱਲ ਕਰਦੇ ਹਾਂ। ਸਿੱਖਿਆ ਦਾ ਅਧਿਕਾਰ 21A ਦੀ ਵੀ ਗੱਲ ਕੀਤੀ ਜਾਂਦੀ ਹੈ। ਸ਼ੋਸ਼ਣ ਵਿਰੁੱਧ ਅਧਿਕਾਰ ਦੀ ਗੱਲ ਕਰਦੇ ਹਾਂ। ਧਾਰਮਿਕ ਸੁਤੰਤਰਤਾ ਦਾ ਅਧਿਕਾਰ ਦੀ ਵੀ ਗੱਲ ਕਰਦੇ ਹਾਂ। ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਦੀ ਗੱਲ ਕਰਦੇ ਹਾਂ। ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਦੀ ਵੀ ਗੱਲ ਕਰਦੇ ਹਾਂ। ਦਸੰਬਰ 2002 ਦੀ ਗੱਲ ਹੈਗੀ ਹੈ ਕਿ ਇੱਕ ਸੰਵਿਧਾਨਿਕ ਅਮੈਂਡਮੈਂਟ ਕੀਤੀ ਗਈ, ਸ਼ੋਧ ਕੀਤੀ ਗਈ, ਜਿਹਦੇ ਵਿੱਚ ਸਿੱਖਿਆ ਦਾ ਅਧਿਕਾਰ ਇਹਨਾਂ ਵੱਲੋਂ ਐਡ ਕੀਤਾ ਗਿਆ। ਤੇ ਇਸ ਅਧਿਕਾਰ ਨੂੰ ਸੁਤੰਤਰਤਾ ਦੇ ਅਧਿਕਾਰ ਅਧੀਨ ਵੀ ਆਰਟੀਕਲ 21A ਦੇ ਅਧੀਨ ਹੀ ਦਰਜ ਕੀਤਾ ਹੋਇਆ ਜਦੋਂ ਆਪਾਂ ਸਿੱਖਿਆ ਦੇ ਅਧਿਕਾਰ ਦੀ ਗੱਲ ਕਰਦੇ ਹਾਂ। ਇਸ ਤੋਂ ਬਾਅਦ ਮਨੁੱਖੀ ਅਧਿਕਾਰ ਕੀ ਹੁੰਦੇ ਨੇ ਜੀ, ਜਿਵੇਂ ਕਿ ਜੀ ਤਾਂ ਸਾਰੇ ਰਹੇ ਆ, ਸਾਰੇ ਜੀ ਰਹੇ ਆ, ਬਟ ਜਿਉਣ ਦੀ ਗੱਲ ਆਪਾਂ ਜਦੋਂ ਕਰਦੇ ਹਾਂ ਵੀ ਮਾਣ ਸਤਿਕਾਰ ਵਰਡ ਜਿਹੜਾ ਹੈਗਾ ਜੀ, ਉਹ ਵੀ ਆਪਾਂ ਐਡ ਕਰਦੇ ਹਾਂ। ਜੇਕਰ ਕਿਸੇ ਵਿਅਕਤੀ ਦੀ ਜਿਹੜੀ ਜ਼ਿੰਦਗੀ ਹੈਗੀ ਆ, ਉਹਨੂੰ ਕੋਈ ਮਾਣ ਵਾਲਾ ਜੀਵਨ ਨਹੀਂ ਮਿਲ ਰਿਹਾ, ਸਤਿਕਾਰ ਵਾਲੀ ਜ਼ਿੰਦਗੀ ਨਹੀਂ ਮਿਲ ਰਹੀ, ਤਾਂ ਆਪਾਂ ਉਹਦੀ ਜ਼ਿੰਦਗੀ ਨੂੰ ਕਹਿ ਸਕਦੇ ਹਾਂ ਕਿ ਕੋਈ ਵੈਲਿਊ ਰਹਿ ਨਹੀਂ ਜਾਂਦੀ। ਸੋ ਇਸ ਕਰਕੇ ਵਿਅਕਤੀ ਨੂੰ ਇੱਕ ਵਧੀਆ ਸਤਿਕਾਰ ਅਤੇ ਮਾਣ ਵਾਲਾ ਜੀਵਨ ਜਿਉਣ ਦੇ ਯੋਗ ਬਣਾਉਂਦੇ ਹਨ। ਇਹਨਾਂ ਨੂੰ ਹੀ ਆਪਾਂ ਮਨੁੱਖੀ ਅਧਿਕਾਰ ਕਹਿੰਦੇ ਹਾਂ। ਸੋ ਜੇਕਰ ਕਿਸੇ ਪਰਸਨ ਨੂੰ ਇਹ ਅਧਿਕਾਰ ਮਿਲੇ ਹੋਏ ਆ ਤੇ ਉਹ ਪਰਸਨ ਮਾਣ ਸਤਿਕਾਰ ਨਾਲ ਆਪਦੀ ਜ਼ਿੰਦਗੀ ਬਤੀਤ ਕਰ ਸਕਦਾ ਆ। ਸੋ ਇਹਨਾਂ ਨੂੰ ਹੀ ਆਪਾਂ ਮਨੁੱਖੀ ਅਧਿਕਾਰਾਂ ਦਾ ਨਾਮ ਦਿੰਦੇ ਹਾਂ। ਮਨੁੱਖੀ ਅਧਿਕਾਰ, ਅਧਿਕਾਰ ਅਤੇ ਕਰਤੱਵਾਂ ਵਿੱਚ ਸੰਬੰਧ। ਜਦੋਂ ਆਪਾਂ ਰਾਈਟਸ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਨੂੰ ਕੁਝ ਰਾਈਟਸ ਮਿਲੇ ਆ, ਅਧਿਕਾਰ ਮਿਲੇ ਆ, ਤੇ ਆਪਣੀਆਂ ਕੁਝ ਡਿਊਟੀਜ਼ ਵੀ ਨੇ, ਆਪਣੀਆਂ ਕੁਝ ਡਿਊਟੀਜ਼ ਵੀ ਹੈਗੀਆਂ ਨੇ ਜਿਨ੍ਹਾਂ ਨੂੰ ਆਪਾਂ ਨੂੰ ਕਰਨਾ ਹੀ ਪੈਣਾ ਆ। ਸੋ ਇਹ ਦੋਨੋਂ ਚੀਜ਼ਾਂ ਇਕੱਠੀਆਂ ਹੀ ਚੱਲਦੀਆਂ ਨੇ। ਜਿਵੇਂ ਕਿ ਇੱਕ ਸਿੱਕੇ ਦੇ ਇਹਨਾਂ ਨੇ ਗੱਲ ਕੀਤੀ ਹੈ ਵੀ ਦੋ ਪਾਸੇ ਹੁੰਦੇ ਆ। ਜਿਵੇਂ ਕਿ ਇੱਕ ਵਿਅਕਤੀ ਦੀ ਗੱਲ ਕਰਦੇ ਹਾਂ ਵੀ ਵਿਕਾਸ ਦੇ ਲਈ ਰਾਜ ਅਤੇ ਸਮਾਜ ਉਸ ਨੂੰ ਅਨੇਕਾਂ ਅਧਿਕਾਰ ਦਿੰਦਾ ਆ। ਠੀਕ ਹੈ ਜੀ, ਆਪਾਂ ਨੂੰ ਭਾਰਤ ਜਿਹੜਾ ਹੈਗਾ ਆ, ਰਾਜ ਹੈਗਾ ਆ, ਜਾਂ ਫਿਰ ਆਪਣੀ ਜਿਹੜੀ ਕੰਟਰੀ ਹੈਗੀ ਆ, ਆਪਾਂ ਨੂੰ ਬਹੁਤ ਸਾਰੇ ਅਧਿਕਾਰ ਦੇ ਰਿਹਾ। ਸਮਾਨਤਾ ਦਾ ਅਧਿਕਾਰ ਦੇ ਰਿਹਾ। ਆਪਾਂ ਨੂੰ ਕਿਸੇ ਵੀ ਸਕੂਲ ਵਿੱਚ ਜਾਂ ਫਿਰ ਆਪਾਂ ਕਿਤੇ ਵੀ ਅਪਲਾਈ ਕਰ ਸਕਦੇ ਹਾਂ, ਨੌਕਰੀਆਂ ਵਿੱਚ ਅਪਲਾਈ ਕਰ ਸਕਦੇ ਹਾਂ, ਕਿਸੇ ਵੀ ਸਕੂਲ ਕਾਲਜ ਵਿੱਚ ਦਾਖਲਾ ਲੈ ਸਕਦੇ ਹਾਂ ਸਰਕਾਰੀ ਦੀ ਜੇਕਰ ਗੱਲ ਕਰੀਏ। ਸੋ ਉੱਥੇ ਵਿਅਕਤੀ ਤੋਂ ਕੁਝ ਕਰਤੱਵਾਂ ਦੀ ਵੀ ਆਸ ਰੱਖੀ ਜਾਂਦੀ ਹੈ। ਸੋ ਕਰਤੱਵਾਂ ਦਾ ਜਿਹੜਾ ਪਾਲਣ ਕੀਤੇ ਬਿਨਾਂ ਆਪਾਂ ਵਿਅਕਤੀ ਅਧਿਕਾਰਾਂ ਦਾ ਹੱਕਦਾਰ ਨਹੀਂ ਹੁੰਦਾ। ਸੋ ਬਿਲਕੁਲ ਜੇਕਰ ਆਪਾਂ ਨੂੰ ਕੁਝ ਅਧਿਕਾਰ ਚਾਹੀਦੇ ਆ ਤੇ ਆਪਾਂ ਨੂੰ ਕਰਤੱਵਾਂ ਦੀ ਵੀ ਆਪਾਂ ਨੂੰ ਪਾਲਣਾ ਕਰਨੀ ਪੈਣੀ ਆ। ਸੋ ਜਿਹੜੇ ਅਧਿਕਾਰ ਹੈਗੇ ਆ ਤੇ ਇਹਨਾਂ ਦੇ ਕੁਝ ਕਰਤੱਵ ਹੈਗੇ ਆ, ਇਹਨਾਂ ਦੀ ਆਪਾਂ ਗੱਲ ਕਰ ਲੈਂਦੇ ਹਾਂ। ਸੋ ਸਮਾਨਤਾ ਦੇ ਅਧਿਕਾਰ ਦੀ ਗੱਲ ਕਰਦੇ ਹਾਂ ਕਿ ਜਿਹੜੇ ਸਾਰੇ ਲੋਕ ਨੇ ਕਾਨੂੰਨ ਦੇ ਸਾਹਮਣੇ ਬਰਾਬਰ ਹੈਗੇ ਨੇ। ਕਾਨੂੰਨ ਦੀ ਨਿਗਾਹ ਦੇ ਵਿੱਚ ਕੋਈ ਊਚ ਨੀਚ ਨਹੀਂ ਹੁੰਦਾ, ਸਾਰੇ ਬਰਾਬਰ ਨੇ। ਅਮੀਰ ਗਰੀਬ ਨਹੀਂ ਵੇਖਦਾ ਸੰਵਿਧਾਨ ਆਪਣਾ, ਨਾ ਹੀ ਕਿਸੇ ਦਾ ਰੰਗ ਵੇਖਦਾ ਆ, ਨਾ ਹੀ ਕਿਸੇ ਦੀ ਨਸਲ ਵੇਖਦਾ, ਨਾ ਹੀ ਜਾਤ ਪਾਤ, ਨਾ ਹੀ ਜਨਮ। ਭਾਵ ਇਹ ਕਿ ਇਹਨਾਂ ਦੇ ਆਧਾਰ ਤੇ, ਇਹਨਾਂ ਸਾਰੀਆਂ ਚੀਜ਼ਾਂ ਦੇ ਆਧਾਰ ਤੇ ਕਿਸੇ ਵੀ ਵਿਅਕਤੀ ਨਾਲ ਭੇਦਭਾਵ ਨਹੀਂ ਕੀਤਾ ਜਾ ਸਕਦਾ। ਤੇ ਆਪਣੇ ਸੰਵਿਧਾਨ ਨੇ ਵੀ ਇਹਦੇ ਕਰਕੇ ਕੰਮ ਕੀਤਾ ਆ ਕਿ ਛੂਤ ਛਾਤ ਨਾ ਕਰੀਏ। ਇਹਦੇ ਕਰਕੇ ਛੂਤ ਛਾਤ ਨੂੰ ਖਤਮ ਕੀਤਾ ਹੋਇਆ।
ਅਬੋਲੀਸ਼ਨ ਆਫ ਅਨਟੱਚੇਬਿਲਟੀ ਆਰਟੀਕਲ 17 ਦੇ ਵਿੱਚ ਜਿਵੇਂ ਕਿ ਤੁਹਾਨੂੰ ਵੇਖਣ ਨੂੰ ਮਿਲ ਜਾਂਦਾ ਆ। ਸੋ ਛੂਤ ਛਾਤ ਨੂੰ ਖਤਮ ਕੀਤਾ ਹੋਇਆ। ਇਸੇ ਤਰ੍ਹਾਂ ਹੀ ਆਪਾਂ ਰੰਗ, ਨਸਲ, ਜਾਤ ਅਤੇ ਲਿੰਗ ਦੇ ਆਧਾਰ ਤੇ ਆਪਣੀ ਡਿਊਟੀ ਹੈ ਕਿ ਆਪਾਂ ਵੀ ਕਿਸੇ ਨਾਲ ਭੇਦਭਾਵ ਨਾ ਕਰੀਏ। ਸੋ ਆਪਾਂ ਨੂੰ ਸੰਵਿਧਾਨ ਨੇ ਜੇਕਰ ਅਧਿਕਾਰ ਦਿੱਤੇ ਆ ਨਾ, ਤੇ ਆਪਣੀ ਵੀ ਡਿਊਟੀ ਬਣਦੀ ਹੈ ਕਿ ਜੋ ਚੀਜ਼ਾਂ ਸੰਵਿਧਾਨ ਵਿੱਚ ਲਿਖੀਆਂ ਹੋਈਆਂ ਨੇ ਆਪਾਂ ਵੀ ਉਹਨਾਂ ਨੂੰ ਫੋਲੋ ਕਰੀਏ। ਦੂਜੇ ਨੰਬਰ ਤੇ ਆਉਂਦਾ ਆ ਜੀ ਸੁਤੰਤਰਤਾ ਦਾ ਅਧਿਕਾਰ, ਜਿਹਦੇ ਵਿੱਚ ਗੱਲ ਕੀਤੀ ਜਾਂਦੀ ਹੈ ਕਿ ਆਪਾਂ ਨੂੰ ਕੁਝ ਫਰੀडम ਮਿਲੀ ਹੋਈ ਹੈ, ਜਿਵੇਂ ਕਿ ਆਪਾਂ ਭਾਸ਼ਣ ਦੇ ਸਕਦੇ ਹਾਂ, ਆਪਦੇ ਵਿਚਾਰ ਪੇਸ਼ ਕਰ ਸਕਦੇ ਹਾਂ, ਆਪਦਾ ਜੋ ਵੀ ਸਾਡੇ ਦਿਲ ਵਿੱਚ ਆਉਂਦਾ ਆ ਉਹ ਬੋਲ ਸਕਦੇ ਹਾਂ। ਬਟ ਇਹਦਾ ਮਤਲਬ ਇਹ ਵੀ ਨਹੀਂ ਕਿ ਦੂਜੇ ਨੂੰ ਤੁਸੀਂ ਗਾਲਾਂ ਕੱਢਣ ਲੱਗ ਜਾਓ। ਸੋ ਵਿਚਾਰ ਪ੍ਰਗਟਾਉਣ ਦਾ ਅਧਿਕਾਰ ਸਾਨੂੰ ਦਿੱਤਾ ਹੋਇਆ। ਘੁੰਮਣ ਫਿਰਨ ਦਾ ਅਧਿਕਾਰ ਦਿੱਤਾ ਹੋਇਆ ਜੀ, ਤੁਸੀਂ ਜਿੱਥੇ ਮਰਜ਼ੀ ਘੁੰਮ ਫਿਰ ਸਕਦੇ ਹੋ, ਕੋਈ ਤੁਹਾਨੂੰ ਨਹੀਂ ਰੋਕੂਗਾ। ਕਿਤੇ ਆਉਣ ਜਾਣ ਦੀ ਸੁਤੰਤਰਤਾ ਵੀ ਹੈਗੀ ਆ, ਪ੍ਰੈਸ ਦੀ ਸੁਤੰਤਰਤਾ ਹੈਗੀ ਆ, ਤੇ ਕੋਈ ਵੀ ਧੰਦਾ ਅਪਣਾਉਣ ਦੀ ਵੀ ਸੁਤੰਤਰਤਾ ਹੈਗੀ ਆ, ਵੀ ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ। ਕੀ ਤੁਹਾਨੂੰ ਕੋਈ ਕੰਮ ਕਰਨ ਤੋਂ ਕੋਈ ਰੋਕ ਸਕਦਾ ਆ? ਬਿਲਕੁਲ ਵੀ ਨਹੀਂ। ਤੇ ਇਹਦੇ ਨਾਲ ਨਾਲ ਸਾਡੀ ਇੱਕ ਡਿਊਟੀ ਵੀ ਬਣਦੀ ਹੈ ਕਿ ਜੇਕਰ ਆਪਾਂ ਆਪਦੀ ਫਰੀडम ਨੂੰ ਇੰਜੋਏ ਕਰ ਰਹੇ ਹਾਂ ਤੇ ਸਾਡੀ ਫਰੀडम ਨੇ ਦੇ ਨਾਲ ਕਿਸੇ ਹੋਰ ਨੂੰ ਸਮੱਸਿਆ ਨਾ ਹੋਵੇ। ਜਿਵੇਂ ਮੈਂ ਇੱਥੇ ਗੱਲ ਕੀਤੀ ਸੀਗੀ ਵੀ ਆਪਾਂ ਵਿਚਾਰ ਪ੍ਰਗਟਾ ਸਕਦੇ ਹਾਂ, ਬਟ ਇਹਦਾ ਮਤਲਬ ਇਹ ਤਾਂ ਨਹੀਂ ਕਿ ਆਪਾਂ ਗਾਲਾਂ ਕੱਢੀਏ। ਜੇਕਰ ਆਪਾਂ ਕਿਸੇ ਨੂੰ ਗਾਲਾਂ ਕੱਢਾਂਗੇ ਤੇ ਦੂਜੇ ਦੀ ਜਿਹੜੀ ਸੁਤੰਤਰਤਾ ਹੈਗੀ ਆ ਜੀ ਉਹਦਾ ਹਨਨ ਹੋਊਗਾ, ਉਹਦੀ ਵਾਇਲੇਸ਼ਨ ਹੋਣੀ ਹੈ। ਸੋ ਆਪਾਂ ਆਪਣੀ ਇਹ ਡਿਊਟੀ ਬਣਦੀ ਹੈ ਕਿ ਆਪਾਂ ਦੂਜਿਆਂ ਨੂੰ ਵੀ ਘੁੰਮਣ ਫਿਰਨ, ਵਿਚਾਰ ਪ੍ਰਗਟਾਉਣ, ਸੰਘ ਬਣਾਉਣ ਦਾ ਅਧਿਕਾਰ ਦੇਣਾ ਚਾਹੀਦਾ ਆ। ਤੇ ਤੀਸਰੇ ਨੰਬਰ ਤੇ ਗੱਲ ਆਉਂਦੀ ਹੈ ਜੀ ਸਿੱਖਿਆ ਦਾ ਅਧਿਕਾਰ। ਸਿੱਖਿਆ ਦੇ ਅਧਿਕਾਰ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ 18 ਮਾਰਚ 1910 ਈਸਵੀ ਦੇ ਵਿੱਚ ਸ਼੍ਰੀ ਗੋਪਾਲ ਕ੍ਰਿਸ਼ਨ ਗੋਖਲੇ ਦੁਆਰਾ ਇੰਪੀਰੀਅਲ ਲੈਜਿਸਲੇਟਿਵ ਅਸੈਂਬਲੀ ਅੱਗੇ ਭਾਰਤ ਵਿੱਚ ਮੁਫਤ, ਫ੍ਰੀ ਅਤੇ ਕੰਪਲਸਰੀ ਐਜੂਕੇਸ਼ਨ ਦੀ ਗੱਲ ਕੀਤੀ ਗਈ ਸੀਗੀ। ਬਟ ਉਸ ਟਾਈਮ ਦੇ ਵਿੱਚ ਇਹ ਜਿਹੜਾ ਕਾਨੂੰਨ ਸੀ ਜਾਂ ਫਿਰ ਜਿਹੜਾ ਇਹਨਾਂ ਦਾ ਸੁਝਾਅ ਸੀਗਾ ਜੀ ਪਾਸ ਨਹੀਂ ਹੋ ਸਕਿਆ। ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਸੰਵਿਧਾਨ ਦੇ ਅਨੁਛੇਦ 45 ਦੇ ਵਿੱਚ। ਸੰਵਿਧਾਨ ਦੇ ਅਨੁਛੇਦ 45 ਜੋ ਕਿ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਅਧੀਨ ਹੈਗਾ ਆ, ਵਿੱਚ ਰਾਜਾਂ ਨੂੰ ਨਿਰਦੇਸ਼ ਕੀ ਦਿੱਤੇ ਹੋਏ ਆ ਕਿ 14 ਸਾਲ ਤੱਕ ਦੇ ਬੱਚਿਆਂ ਦੇ ਲਈ ਆਪਣੇ ਰਾਜ ਦੇ ਵਿੱਚ 10 ਸਾਲਾਂ ਦੇ ਅੰਦਰ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਜਿਹੜੀ ਪ੍ਰੋਵਾਈਡ ਹੈਗੀ ਆ ਜੀ ਉਹ ਕਰਾਉਣਗੇ। ਸੋ ਬਿਲਕੁਲ ਇਹ ਗੱਲ ਇੱਥੇ ਦੱਸੀ ਹੋਈ ਹੈ। ਤੇ ਸ਼ੋਸ਼ਣ ਵਿਰੁੱਧ ਅਧਿਕਾਰ ਦੀ ਗੱਲ ਕਰਦੇ ਹਾਂ ਕਿ ਮਨੁੱਖ ਦਾ ਵਪਾਰ ਕਰਨ ਵੀ ਮਨੁੱਖਾਂ ਨੂੰ ਤੁਸੀਂ ਵੇਚ ਨਹੀਂ ਸਕਦੇ। ਜਿਵੇਂ ਪਹਿਲਾਂ ਵਾਲੇ ਟਾਈਮ ਦੇ ਵਿੱਚ ਲੋਕ ਕੀ ਕਰਦੇ ਸੀਗੇ, ਜਿਹੜੇ ਗੁਲਾਮ ਨਹੀਂ ਹੁੰਦੇ ਸੀ ਉਹਨਾਂ ਨੂੰ ਵੇਚ ਦਿੰਦੇ ਸੀਗੇ। ਤੇ ਆਪਾਂ ਕਿਸੇ ਤੋਂ ਕੰਮ ਕਰਵਾ ਕੇ ਉਹਨੂੰ ਪੈਸੇ ਨਾ ਦਈਏ। ਬੰਦੂਆ ਮਜ਼ਦੂਰੀ ਤੁਸੀਂ ਜ਼ਰੂਰ ਸੁਣੀ ਹੋਊਗੀ ਕਿ ਵੇਤਨ ਦਿੱਤੇ ਬਿਨਾਂ ਹੀ ਆਪਾਂ ਨਹੀਂ ਕੰਮ ਕਰਵਾ ਸਕਦੇ ਕਿਸੇ ਤੋਂ, ਇਹ ਕਾਨੂੰਨਨ ਜੁਰਮ ਹੈ। ਤੇ ਦੂਜਿਆਂ ਤੋਂ ਜ਼ਬਰਦਸਤੀ ਨਹੀਂ ਕੰਮ ਕਰਵਾ ਸਕਦੇ, ਵੀ ਇਹਦੀ ਵੀ ਮਨਾਹੀ ਹੈਗੀ ਆਪਣੇ ਸੰਵਿਧਾਨ ਦੇ ਵਿੱਚ। ਤੇ ਆਪਣਾ ਕੀ ਕਰਤੱਵ ਬਣਦਾ ਆ, ਇਹ ਤਾਂ ਚਲੋ ਸਾਨੂੰ ਅਧਿਕਾਰ ਮਿਲਿਆ ਹੋਇਆ ਕਿ ਵੀ ਸਾਡੇ ਸ਼ੋਸ਼ਣ ਵਿਰੁੱਧ ਅਧਿਕਾਰ ਵੀ ਨਹੀਂ ਸਾਡੇ ਨਾਲ ਕੋਈ ਕਰ ਸਕਦਾ ਆ। ਤੇ ਸਾਡਾ ਕੀ ਕਰਤੱਵ ਹੈਗਾ ਆ? ਸਾਡਾ ਕਰਤੱਵ ਇਹ ਹੈ ਕਿ ਅਸੀਂ ਕਿਸੇ ਦਾ ਸ਼ੋਸ਼ਣ ਨਾ ਕਰੀਏ ਤੇ ਤਨਖਾਹ ਆਪਾਂ ਦਈਏ ਜੇਕਰ ਆਪਾਂ ਕਿਸੇ ਤੋਂ ਕੰਮ ਲੈ ਰਹੇ ਹਾਂ। ਤੇ ਜੇਕਰ ਆਪਾਂ ਕਿਸੇ ਤੋਂ 2 ਘੰਟੇ ਕੰਮ ਕਰਵਾਇਆ ਤੇ 2 ਘੰਟੇ ਦੀ ਆਪਾਂ ਤਨਖਾਹ ਵੀ ਉਹਨੂੰ ਦੇਣੀ ਆ। ਤੇ ਧਰਮ, ਨਸਲ, ਜਾਤੀ, ਲਿੰਗ ਦੇ ਆਧਾਰ ਤੇ ਆਪਾਂ ਕਿਸੇ ਦੇ ਨਾਲ ਭੇਦਭਾਵ ਜਾਂ ਫਿਰ ਵਿਤਕਰਾ ਨਾ ਕਰੀਏ। 5ਵੇਂ ਨੰਬਰ ਤੇ ਆਉਂਦਾ ਆ ਜੀ ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਵੀ ਕੋਈ ਵੀ ਧਰਮ ਹੋਵੇ, ਕੋਈ ਵੀ ਧਰਮ ਆਪਾਂ ਅਪਣਾ ਸਕਦੇ ਹਾਂ, ਕਿ ਸਾਨੂੰ ਕੋਈ ਰੋਕ ਸਕਦਾ? ਬਿਲਕੁਲ ਨਹੀਂ। ਕੋਈ ਵੀ ਧਰਮ ਆਪਾਂ ਮੰਨ ਸਕਦੇ ਹਾਂ, ਕਿਸੇ ਵੀ ਧਰਮ ਦਾ ਆਪਾਂ ਪ੍ਰਚਾਰ ਕਰ ਸਕਦੇ ਹਾਂ। ਤੇ ਧਾਰਮਿਕ ਸਥਾਨ ਬਣਾਉਣ ਦੀ ਸਾਨੂੰ ਆਜ਼ਾਦੀ ਦਿੰਦਾ ਆ ਜਿਹੜਾ ਕਿ ਆਪਣਾ ਸੰਵਿਧਾਨ ਆ। ਤੇ ਆਪਣਾ ਕੀ ਕਰਤੱਵ ਹੈਗਾ ਆ ਕਿ ਆਪਾਂ ਕਿਸੇ ਦੀ ਆਜ਼ਾਦੀ ਦੇ ਵਿੱਚ ਅੜਿੱਕਾ ਨਾ ਬਣੀਏ। ਤੇ ਸਾਨੂੰ ਕੋਈ ਅਧਿਕਾਰ ਨਹੀਂ ਹੈਗਾ ਕਿ ਅਸੀਂ ਕਿਸੇ ਧਰਮ ਸਥਾਨ ਦਾ ਅਪਮਾਨ ਕਰੀਏ। ਵੀ ਆਪਣਾ ਐਜ਼ ਅ ਕੰਸਟੀਟਿਊਸ਼ਨ ਦੇ ਵਿੱਚ ਜੋ ਕੁਝ ਵੀ ਲਿਖਿਆ ਹੋਇਆ ਨਾ, ਤੇ ਉਹਦੇ ਵਿੱਚ ਉਸ ਦੇ ਅਕੋਰਡਿੰਗ ਆਪਾਂ ਕਿਸੇ ਵੀ ਧਰਮ ਦਾ ਮਜ਼ਾਕ ਨਾ ਉਡਾਈਏ, ਕਿਸੇ ਵੀ ਧਾਰਮਿਕ ਸਥਾਨ ਦਾ ਅਪਮਾਨ ਨਾ ਕਰੀਏ। ਵੀ ਸਾਡਾ ਫਰਜ਼ ਹੈਗਾ ਆ ਵੀ ਸਾਰੇ ਧਰਮਾਂ ਦਾ ਸਤਿਕਾਰ ਕਰੀਏ। ਸੋ ਇਹ ਗੱਲਾਂ ਲਿਖੀਆਂ ਹੋਈਆਂ ਨੇ ਆਪਣੇ ਸੰਵਿਧਾਨ ਦੇ ਵਿੱਚ ਵੀ ਧਾਰਮਿਕ ਸੁਤੰਤਰਤਾ ਮਿਲਦੀ ਹੈਗੀ ਆਪਣੇ ਸੰਵਿਧਾਨ ਦੇ ਵਿੱਚ। ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਸਾਨੂੰ ਐਜ਼ ਅ ਕਮਿਊਨਿਟੀ, ਐਜ਼ ਅ ਨਾਗਰਿਕ ਸਿਟੀਜ਼ਨ ਵੀ ਸਾਨੂੰ ਆਪਣੀ ਭਾਸ਼ਾ ਜਾਂ ਫਿਰ ਲਿਪੀ ਜਾਂ ਫਿਰ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਅਧਿਕਾਰ ਹੈਗਾ ਆ। ਸਰਕਾਰੀ ਵਿਦਿਅਕ ਸੰਸਥਾਵਾਂ ਦੇ ਵਿੱਚ ਕਿਸੇ ਨੂੰ ਵੀ ਰੰਗ, ਨਸਲ, ਜਾਤ ਜਾਂ ਫਿਰ ਧਰਮ ਦੇ ਆਧਾਰ ਤੇ ਦਾਖਲ ਦੇਣ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ। ਤੇ ਸਾਡਾ ਕਰਤੱਵ ਕੀ ਹੈਗਾ ਆ ਵੀ ਇਹਨਾਂ ਅਧਿਕਾਰਾਂ ਦਾ ਸਤਿਕਾਰ ਕਰੀਏ। ਤੇ ਸਾਡਾ ਕਰਤੱਵ ਇਹ ਹੈਗਾ ਵੀ ਕਿਸੇ ਦੇ ਨਾਲ ਵੀ ਕਿ ਰੰਗ ਦੇ ਨਾਮ ਤੇ, ਨਸਲ ਜਾਂ ਫਿਰ ਜਾਤ ਦੇ ਆਧਾਰ ਤੇ ਕਿਸੇ ਦੇ ਨਾਲ ਵੀ ਆਪਾਂ ਭੇਦਭਾਵ ਨਾ ਕਰੀਏ। ਸਰਕਾਰੀ ਵਿਦਿਅਕ ਸੰਸਥਾਵਾਂ ਵਿੱਚ ਦਾਖਲ ਹੋਣ ਤੋਂ ਆਪਾਂ ਰੋਕ ਨਹੀਂ ਸਕਦੇ। ਸਾਰਿਆਂ ਦੀ ਲਿਪੀ, ਸੱਭਿਆਚਾਰ, ਬੋਲੀ ਅਤੇ ਧਰਮ ਦਾ ਸਤਿਕਾਰ ਕਰੀਏ। ਇਹੀ ਮੇਨ ਆਪਣੀ ਡਿਊਟੀ ਬਣਦੀ ਆ। ਸੰਵਿਧਾਨਕ ਉਪਚਾਰਾਂ ਦਾ ਅਧਿਕਾਰ
ਵੀ ਜਿਹੜੇ ਅਧਿਕਾਰ ਸਾਨੂੰ ਦਿੱਤੇ ਹੋਏ ਆ, ਵੀ ਅਧਿਕਾਰਾਂ ਦੀ ਸੁਰੱਖਿਆ ਦਾ ਗਿਆਨ ਕਰਵਾਉਂਦਾ ਹੈ, ਵੀ ਜੋ ਕੁਝ ਆਪਾਂ ਨੂੰ ਪਤਾ ਸਾਰੀਆਂ ਚੀਜ਼ਾਂ ਦਾ ਲੱਗ ਗਿਆ ਕਿ ਠੀਕ ਹੈ ਵੀ ਆਪਾਂ ਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਹੋਏ ਆ। ਪਰ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਇਸ ਦੇ ਅਕੋਰਡਿੰਗ ਕਿ ਮੰਨ ਲਓ ਸਾਡੇ ਉੱਪਰ ਜਿਹੜੇ ਵੀ 6 ਅਧਿਕਾਰ ਸੀਗੇ ਉਹਦੀ ਵਾਇਓਲੇਸ਼ਨ ਹੁੰਦੀ ਹੈ, ਵੀ ਕੋਈ ਤੋੜ ਰਿਹਾ, ਤੇ ਆਪਾਂ ਕੀ ਕਰ ਸਕਦੇ ਹਾਂ? ਆਪਾਂ ਫਿਰ ਕਿਸੇ ਵੀ ਵਿਅਕਤੀ ਦੇ ਅਧਿਕਾਰਾਂ ਦੀ ਉਲੰਘਣਾ ਹੋਣ ਤੇ ਆਪਾਂ ਨਿਆਂਪਾਲਿਕਾ ਦੀ ਸ਼ਰਨ ਲੈ ਸਕਦੇ ਹਾਂ। ਸੋ ਇਹ ਜਿਹੜੇ ਜਿੰਨੇ ਵੀ ਸਾਡੇ ਅਧਿਕਾਰ ਨੇ, ਹਰ ਅਧਿਕਾਰ ਨਾਲ ਸਾਡੇ ਮਨੁੱਖੀ ਕਰਤੱਵ ਵੀ ਜੁੜੇ ਹੋਏ ਆ। ਤੇ ਇੱਕ ਗੱਲ ਹੋਰ ਇਹਨਾਂ ਨੇ ਲਿਖੀ ਹੋਈ ਹੈ ਕਿ ਜ਼ਰੂਰੀ ਅਤੇ ਮੁਫਤ ਸਿੱਖਿਆ ਅਧਿਕਾਰ ਦੇ ਕੇ ਮੌਲਿਕ ਅਧਿਕਾਰਾਂ ਵਿੱਚ ਜਦੋਂ ਵੀ ਸ਼ਾਮਿਲ ਕੀਤਾ ਗਿਆ, ਵੀ ਭਾਰਤ 135 ਦੇਸ਼ਾਂ ਦੇ ਵਿੱਚ ਸ਼ਾਮਿਲ ਹੋ ਗਿਆ ਸੀਗਾ। ਭਾਵ ਇਹ ਕਿ 134 ਦੇਸ਼ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਫ੍ਰੀ ਅਤੇ ਕੰਪਲਸਰੀ ਐਜੂਕੇਸ਼ਨ ਦਿੱਤੀ ਹੋਈ ਆ ਮੌਲਿਕ ਅਧਿਕਾਰਾਂ ਦੇ ਵਿੱਚ, ਤੇ ਆਪਣਾ ਭਾਰਤ ਦੇਸ਼ ਵੀ ਬਣ ਗਿਆ ਆ 135ਵਾਂ ਦੇਸ਼ ਕਹਿ ਸਕਦੇ ਆ, ਜਿਹਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ ਕਿ ਦਸੰਬਰ 2002 ਦੀ ਗੱਲ ਕੀਤੀ ਹੋਈ ਹੈ ਕਿ ਸੰਵਿਧਾਨ ਦੇ ਵਿੱਚ 86ਵੀਂ ਸ਼ੋਧ ਕੀਤੀ ਗਈ, ਅਮੈਂਡਮੈਂਟ ਕੀਤੀ ਗਈ, ਜਿਹਦੇ ਵਿੱਚ ਮੌਲਿਕ ਅਧਿਕਾਰਾਂ 'ਚ ਜਿਹੜੇ ਅਨੁਛੇਦ 21A ਦਰਜ ਕਰਕੇ 6 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਹਰੇਕ ਬੱਚੇ ਦੇ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ, ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਦਾ ਅਧਿਕਾਰ ਦਿੱਤਾ ਹੋਇਆ। ਕਿਹੜੇ ਆਰਟੀਕਲ ਦੇ ਵਿੱਚ? ਆਰਟੀਕਲ 21A ਦੇ ਵਿੱਚ। ਕਿਹੜੀ ਸੰਸ਼ੋਧਨ ਕੀਤੀ ਗਈ ਸੀਗੀ? 86ਵੀਂ ਸੰਸ਼ੋਧਨ। ਕਦੋਂ ਕੀਤੀ ਗਈ ਸੀਗੀ? 2002 ਦੇ ਵਿੱਚ, ਦਸੰਬਰ 2002 ਦੀ ਗੱਲ ਹੈਗੀ ਆ। ਭਾਰਤੀ ਸੰਵਿਧਾਨ ਦੀ ਆਪਾਂ ਗੱਲ ਕਰ ਰਹੇ ਹਾਂ। ਤੇ ਇਹਨੂੰ ਅਮਲੀ ਰੂਪ ਕਦੋਂ ਦਿੱਤਾ ਗਿਆ? ਜਦੋਂ ਆਪਾਂ ਗੱਲ ਕਰਦੇ ਹਾਂ ਵੀ ਇਹਨੂੰ ਅਮਲੀ ਰੂਪ ਦੇਣ ਦੇ ਲਈ ਲਾਜ਼ਮੀ ਤੇ ਮੁਫਤ ਸਿੱਖਿਆ ਦਾ ਅਧਿਕਾਰ ਐਕਟ, ਜਿਹੜਾ ਐਕਟ ਹੈਗਾ ਆ, ਇਹ 2009 ਵਿੱਚ ਪਾਸ ਕੀਤਾ ਗਿਆ ਸੀਗਾ। ਇਹਨਾਂ ਗੱਲਾਂ ਨੂੰ ਯਾਦ ਕਰ ਲਿਓ। ਤੇ ਇਸ ਪ੍ਰਕਾਰ ਅਪ੍ਰੈਲ 2010 ਤੋਂ ਸਾਰੇ ਭਾਰਤ ਵਿੱਚ ਸਿਵਾਏ ਜੰਮੂ ਐਂਡ ਕਸ਼ਮੀਰ ਦੇ। ਕਿਉਂ ਜੰਮੂ ਐਂਡ ਕਸ਼ਮੀਰ? ਕਿਉਂਕਿ ਪਹਿਲਾਂ ਇੱਥੇ ਵੱਖਰਾ ਸੰਵਿਧਾਨ ਹੀ ਚੱਲਦਾ ਹੁੰਦਾ ਸੀਗਾ। ਅੱਜ ਦੇ ਟਾਈਮ ਵਿੱਚ ਵੀ ਇੱਥੇ ਸੇਮ ਰੂਲ ਹੀ ਲਾਗੂ ਹੋਣਗੇ ਜੋ ਆਪਣੇ ਪੂਰੇ ਭਾਰਤ ਵਿੱਚ ਲਾਗੂ ਹੁੰਦੇ ਆ। ਬਟ ਉਸ ਟਾਈਮ ਦੀ ਗੱਲ ਕਰਦੇ ਆ ਕਿ 2010 ਦੇ ਵਿੱਚ, ਜਦੋਂ ਉਸ ਟਾਈਮ ਦੀ ਗੱਲ ਕਰ ਰਹੇ ਆ ਆਪਾਂ, 2010 ਤੋਂ ਬਾਅਦ ਸਾਰੇ ਭਾਰਤ ਵਿੱਚ ਸੇਮ ਜਿਹੜਾ ਰੂਲ ਹੈਗਾ ਵੀ ਕਿ 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਊਗੀ, ਤੇ ਇਹ ਐਕਟ ਲਾਗੂ ਹੋ ਚੁੱਕਿਆ ਸੀਗਾ। ਤੇ ਹਰੇਕ ਭਾਰਤੀ ਜੋ ਕਿ ਬੱਚਾ 6 ਤੋਂ ਲੈ ਕੇ 14 ਸਾਲ ਤੱਕ ਦੀ ਆਯੂ ਗਰੁੱਪ ਵਿੱਚ ਆਉਂਦਾ ਆ, ਏਜ ਗਰੁੱਪ ਵਿੱਚ ਆਉਂਦਾ ਆ, ਉਹਨੂੰ ਮੁਫਤ ਤੇ ਲਾਜ਼ਮੀ ਤੇ ਮੁੱਢਲੀ ਸਿੱਖਿਆ, ਭਾਵ 8ਵੀਂ ਜਮਾਤ ਤੱਕ ਦੀ ਜਿਹੜੀ ਸਿੱਖਿਆ ਹੈਗੀ ਆ ਜੀ, ਉਹ ਦਿੱਤੀ ਜਾਂਦੀ ਹੈ। ਅੱਜ ਦੇ ਟਾਈਮ ਵਿੱਚ ਵੇਖ ਲਓ, ਜਿਵੇਂ ਕਿ ਮੇਰੇ ਸਕੂਲ ਵਿੱਚ ਪ੍ਰਾਇਮਰੀ ਸਕੂਲ ਵੀ ਹੈ ਤੇ ਹਾਈ ਸਕੂਲ ਵੀ ਹੈ। ਪਹਿਲੀ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਮੁਫਤ ਖਾਣਾ ਵੀ ਦਿੱਤਾ ਜਾਂਦਾ ਆ। ਮਿਡ ਡੇ ਮੀਲ ਹੁੰਦਾ ਨਾ, ਮਿਡ ਡੇ ਮੀਲ ਜਿਹੜਾ ਹੁੰਦਾ ਆ ਉਹ ਦਿੱਤਾ ਜਾਂਦਾ ਆ। ਤੇ ਉਹਨਾਂ ਨੂੰ ਫ੍ਰੀ ਬੁੱਕਸ, ਸਾਰੀ ਪੜ੍ਹਾਈ ਉਹਦਾ ਨਹੀਂ ਫ੍ਰੀ ਹੁੰਦੀ ਆ, ਕੋਈ ਉਹਨਾਂ ਦੀ ਫੀਸ ਨਹੀਂ ਲੱਗਦੀ ਹੈਗੀ ਜੇਕਰ ਆਪਾਂ ਸਰਕਾਰੀ ਸਕੂਲਾਂ ਦੀ ਗੱਲ ਕਰਦੇ ਹਾਂ। ਸੋ ਬਿਲਕੁਲ ਇਹ ਇੱਥੇ ਰੂਲਸ ਵਗੈਰਾ ਜਿਹੜੇ ਵੀ ਇੱਥੇ ਦਿੱਤੇ ਹੋਏ ਆ, ਤੁਸੀਂ ਇਹਨਾਂ ਨੂੰ ਯਾਦ ਕਰ ਲੈਣਾ ਆ। ਮਨੁੱਖਾਂ ਲਈ ਮਿਸਾਲ, ਵੀ ਜਦੋਂ ਆਪਾਂ ਆਰਟੀਕਲ 17 ਦੀ ਗੱਲ ਕਰਦੇ ਹਾਂ, ਕਿਹੜੇ ਆਰਟੀਕਲ ਦੀ ਗੱਲ ਕਰ ਰਹੇ ਹਾਂ? ਆਰਟੀਕਲ 17 ਦੇ ਵਿੱਚ ਆਪਣੇ ਆਰਟੀਕਲ ਸੰਵਿਧਾਨ ਦੇ ਅਨੁਸਾਰ ਜਿਹੜੀ ਛੂਤ-ਛਾਤ ਹੁੰਦੀ ਹੈ ਨਾ, ਜਿਹਨੂੰ ਅਨਟੱਚੇਬਿਲਟੀ ਕਹਿ ਦਿੰਦੇ ਆ, ਵੀ ਉਹਨੂੰ ਖਤਮ ਕੀਤਾ ਹੋਇਆ। ਜਿਹੜੀ ਸਮਾਜਿਕ ਬੁਰਾਈ ਸੀਗੀ, ਆਰਟੀਕਲ 17 ਦੇ ਵਿੱਚ ਅਨਟੱਚੇਬਿਲਟੀ ਨੂੰ ਖਤਮ ਕੀਤਾ ਹੋਇਆ, ਸਮਾਜਿਕ ਬੁਰਾਈ ਨੂੰ ਖਤਮ ਕੀਤਾ ਹੋਇਆ। ਤੇ ਆਰਟੀਕਲ 15 ਵਿੱਚ ਕੀ ਲਿਖਿਆ ਹੋਇਆ? ਆਰਟੀਕਲ 15 ਦੇ ਵਿੱਚ ਉਸ ਦੇ ਅਕੋਰਡਿੰਗ ਕਿ ਕੋਈ ਵੀ ਪਰਸਨ ਕਿਸੇ ਦੇ ਨਾਲ ਧਰਮ ਦੇ ਨਾਮ ਤੇ, ਜਾਤ ਦੇ ਨਾਮ ਤੇ, ਉਹਦੇ ਜੈਂਡਰ ਦੇ ਨਾਮ ਤੇ, ਲਿੰਗ ਕਹਿ ਦਿੰਦੇ ਹੋ, ਤੇ ਉਹਦੀ ਰੇਸ ਜਾਂ ਫਿਰ ਨਸਲ ਦੇ ਆਧਾਰ ਤੇ ਤੁਸੀਂ ਉਹਦੇ ਨਾਲ ਭੇਦਭਾਵ ਨਹੀਂ ਕਰ ਸਕਦੇ। ਭਾਵ ਇਹ ਕਿ ਸਾਰਿਆਂ ਨੂੰ ਬਰਾਬਰ ਸਮਝਿਆ ਜਾਵੇ। ਤੇ ਸੰਵਿਧਾਨ ਦੀ ਜਿਹੜੀ ਧਾਰਾ ਹੈਗੀ ਆ 25, ਧਾਰਮਿਕ ਆਜ਼ਾਦੀ ਮਿਲੀ ਹੋਈ ਹੈ। ਧਰਮ ਦੇ ਆਧਾਰ ਤੇ ਜਿਹੜਾ ਵਿਤਕਰਾ ਹੈਗਾ ਜੀ ਉਹ ਨਹੀਂ ਕੀਤਾ ਜਾ ਸਕਦਾ। ਆਰਟੀਕਲ 25 ਦੀ ਜੇਕਰ ਆਪਾਂ ਗੱਲ ਕਰਦੇ ਹਾਂ, ਤੇ ਹੋਰ ਵੀ ਕਾਫੀ ਸਾਰੀਆਂ ਐਗਜ਼ਾਮਪਲਾਂ ਦੇਖਣ ਨੂੰ ਮਿਲ ਸਕਦੀਆਂ ਨੇ ਜਿਸ ਅਕੋਰਡਿੰਗ ਆਪਣੇ ਭਾਰਤੀ ਨਾਗਰਿਕਾਂ ਨੂੰ ਬਰਾਬਰ ਸਮਝਿਆ ਗਿਆ ਆ। ਜਿਵੇਂ ਕਿ ਵੋਟਾਂ ਦਾ ਅਧਿਕਾਰ ਸਾਰਿਆਂ ਨੂੰ ਦਿੱਤਾ ਹੋਇਆ। ਇਸੇ ਤਰ੍ਹਾਂ ਕਾਫੀ ਸਾਰੇ ਜਿਹੜੇ ਅਧਿਕਾਰ ਹੈਗੇ ਆ ਜੀ ਆਪਣੇ ਸੰਵਿਧਾਨ ਦੇ ਵਿੱਚ ਆਪਣੇ ਭਾਰਤੀ ਲੋਕਾਂ ਨੂੰ ਮਿਲੇ ਹੋਏ ਆ, ਜੋ ਕਿ ਅੰਗਰੇਜ਼ਾਂ ਦੇ ਟਾਈਮ ਵਿੱਚ ਇਹ ਸਾਰੇ ਅਧਿਕਾਰ ਨਹੀਂ ਮਿਲੇ ਹੋਏ ਸੀ। ਸੋ ਇਹ ਸੀਗਾ ਜੀ ਅੱਜ ਦਾ ਆਪਣਾ ਚੈਪਟਰ। ਬਾਕੀ ਕੁਝ ਯਾਦ ਰੱਖਣਯੋਗ ਗੱਲਾਂ ਨੇ ਜੀ, ਇਹਨਾਂ ਨੂੰ ਆਪਾਂ ਦੁਬਾਰਾ ਪੜ੍ਹ ਲੈਂਦੇ ਆ ਕਿ ਮਨੁੱਖ ਦੇ ਸਰੀਰਕ, ਮਾਨਸਿਕ, ਨੈਤਿਕ ਤੇ ਸੱਭਿਆਚਾਰਕ ਵਿਕਾਸ ਲਈ ਜੋ ਹੱਕ ਤੇ ਖੁੱਲ੍ਹਾਂ ਲੋੜੀਂਦੀਆਂ ਹਨ ਉਹਨਾਂ ਨੂੰ ਮੁੱਢਲੇ ਜਾਂ ਫਿਰ ਮੌਲਿਕ ਅਧਿਕਾਰ ਕਿਹਾ ਜਾਂਦਾ ਆ। ਭਾਰਤੀ ਸੰਵਿਧਾਨ ਵਿੱਚ ਨਾਗਰਿਕਾਂ ਨੂੰ ਕਿੰਨੇ ਅਧਿਕਾਰ, ਮੌਲਿਕ ਅਧਿਕਾਰ ਮਿਲੇ ਹੋਏ ਆ ਜੀ? 6 ਅਧਿਕਾਰ ਤੇ ਕਰਤੱਵ ਇੱਕੋ ਸਿੱਕੇ ਦੇ ਦੋ ਪਾਸੇ ਹੈਗੇ ਆ ਜੀ। ਤੇ ਕੁਝ ਅਧਿਕਾਰ ਪ੍ਰਾਪਤ ਕਰਨ ਬਦਲੇ ਸਾਨੂੰ ਕੁਝ ਕਰਤੱਵਾਂ ਦਾ ਵੀ ਪਾਲਣਾ ਕਰਨਾ ਪੈਂਦਾ ਆ, ਵੀ ਪਾਲਣਾ ਕਰਨੀ ਪੈਂਦੀ ਆ। ਨਾਗਰਿਕਾਂ ਨੂੰ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਸੰਵਿਧਾਨ ਦੇ ਅਨੁਸਾਰ ਛੂਤ-ਛਾਤ ਜਿਹੀਆਂ ਬੁਰਾਈਆਂ ਨੂੰ ਖਤਮ ਕੀਤਾ ਹੋਇਆ। ਤੇ ਸੰਵਿਧਾਨ ਦੇ ਸਾਹਮਣੇ ਅਸੀਂ ਸਾਰੇ ਬਰਾਬਰ ਹੈਗੇ ਆ, ਕਾਨੂੰਨ ਦੇ ਨਿਗਾਹ ਵਿੱਚ ਸਾਰੇ ਇੱਕੋ ਹੀ ਹੈਗੇ ਆ। ਤੇ ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਅਮਰੀਕਾ ਦੇ ਸੰਵਿਧਾਨ ਤੋਂ ਹੀ ਪ੍ਰੇਰਿਤ ਹੋ ਕੇ ਸ਼ਾਮਿਲ ਕੀਤੇ ਹੋਏ ਆ। ਸੋ ਇਹਨਾਂ ਗੱਲਾਂ ਨੂੰ ਤੁਸੀਂ ਯਾਦ ਕਰ ਲੈਣਾ ਆ। ਵੀਡੀਓ ਨੂੰ ਦੁਬਾਰਾ ਵੇਖ ਲਿਓ ਜੇਕਰ ਕੋਈ ਗੱਲ ਮਿਸ ਹੋ ਗਈ ਹੋਵੇ ਜਾਂ ਫਿਰ ਯਾਦ ਨਾ ਹੋਈ ਹੋਵੇ। ਸੋ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ। ਸੈਸ਼ਨ ਨੂੰ ਲਾਈਕ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ, ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿੰਦੇ ਹਾਂ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।